पंजाबी आवाज़ रेडियो इंडिया के सारे ਸਰੋਤਿਆਂ ਨੂੰ ਸਵਾਗਤ ਹੈ। ਅਸੀਂ ਸ਼ੁਰੂ ਕਰਦੇ ਹਾਂ ਹਫ਼ਤੇ ਦੇ ਪਹਿਲਾ ਦਿਨ ਪੰਜਾਬੀ ਦੀਆਂ ਖਬਰਾਂ ਸਾਡੇ ਪੱਤਰਕਾਰ ਜਸਵਿੰਦਰ ਸਿੰਘ ਬਿੱਟਾ ਹੋਣਾ ਦੇ ਨਾਲ। ਜਸਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਪੰਜਾਬੀ ਆਵਾਜ਼ ਦੇ ਵਿੱਚ। जी बहुत मेहरबानी, शुक्रिया, धन्यवाद जी पुरेवाल साहब और जिथे भी जानू सानू जेडे भी प्लेटफार्म ते सुन रहे ने सारिਆਂ ਦਾ ਨਿੱਘਾ ਸਵਾਗਤ जी। ਅੱਜ ਭਾਰਤ ਬੰਦ ਸੀ, ਅਗਨੀਪਥ ਜਿਹੜੀ ਦੇ ਖਿਲਾਫ ਐਜੀਟੇਸ਼ਨ ਹੋ ਰਹੀ ਹੈ। ਤੁਹਾਨੂੰ ਲੱਗਦਾ ਨਹੀਂ ਕਿ ਜਿੱਦਾਂ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਸੀ ਉਸੇ ਤਰ੍ਹਾਂ ਹੀ ਸ਼ੁਰੂ ਹੋ ਰਿਹਾ? ਦੇਖੋ, ਕਿਸਾਨਾਂ ਦਾ ਅੰਦੋਲਨ ਸੀਗਾ ਉਹ ਇੱਕ ਡਿਫਰੈਂਟ ਸੀ, ਲੇਕਿਨ ਉਸ ਤਰ੍ਹਾਂ ਦਾ ਅੰਦੋਲਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ ਜੀ ਕਿ ਅਗਨੀਪਥ ਦੀ ਜਿਹੜੀ ਜਾਣਕਾਰੀ ਦੇਣ ਦੇ ਲਈ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ ਤਿੰਨਾਂ ਫੌਜਾਂ ਦੇ ਮੁਖੀ। ਇੱਕ ਨਵੀਂ ਰਿਪੋਰਟ ਜਿਹੜੀ ਮੇਰੇ ਕੋਲ ਆਈ ਹੈ, ਰਿਪੋਰਟਾਂ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਜਿਹੜੀ ਅਗਨੀਪਥ ਯੋਜਨਾ ਦੀ ਜਾਣਕਾਰੀ ਦੇਣ ਦੇ ਲਈ ਤਿੰਨਾਂ ਫੌਜਾਂ ਦੇ ਮੁਖੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਦੀ ਗੱਲ ਕਹੀ ਹੈ ਜੀ, ਔਰ ਇਹ ਅਗਨੀਵੀਰਾਂ ਦੀ ਭਰਤੀ ਲਈ ਕੱਢੇ ਗਏ ਨੋਟੀਫਿਕੇਸ਼ਨ ਦੇ ਤਿਆਰੀਆਂ ਦੇ ਬਾਰੇ ਵਿੱਚ ਜਾਣਕਾਰੀ ਦੇਣਗੇ। ਹੁਣ ਇਹ ਜਿਹੜੀ ਯੋਜਨਾ ਇਹ 14 ਜੂਨ ਨੂੰ ਲਾਂਚ ਕੀਤੀ ਗਈ ਸੀ, ਲੇਕਿਨ ਦੇਸ਼ ਭਰ ਦੇ ਵਿੱਚ ਇਹਦਾ ਕਾਫੀ ਵਿਰੋਧ ਦੇਖਣ ਨੂੰ ਮਿਲਿਆ ਔਰ ਇਸ ਯੋਜਨਾ ਦੇ ਤਹਿਤ ਜਿਹੜੇ ਚੁਣੇ ਜਾ ਰਹੇ ਨੌਜਵਾਨ ਹੈ ਉਹਨਾਂ ਨੂੰ ਅਗਨੀਵੀਰਾਂ ਦੇ ਤੌਰ ਤੇ ਜਾਣਿਆ ਜਾਏਗਾ। ਅੱਜ ਭਾਰਤ ਬੰਦ ਦੀ ਗੱਲ ਜਿਹੜੀ ਤੁਸੀਂ ਗੱਲ ਕਰਦੇ ਹੋ, ਇਹਦੇ ਸੰਬੰਧੀ ਦਿੱਲੀ ਦੇ ਵਿੱਚ ਸੁਰੱਖਿਆ ਦੇ ਕਾਫੀ ਸਖਤ ਪ੍ਰਬੰਧ ਕੀਤੇ ਗਏ ਸੀ। ਹਾਲਾਂਕਿ ਪਟਨਾ, ਵਾਰਾਣਸੀ ਤੇ ਰਾਂਚੀ ਦੇ ਵਿੱਚ ਵੀ ਬੰਦ ਦਾ ਅਸਰ ਪਿਆ ਹੈ। ਬਿਹਾਰ, ਜੰਮੂ ਕਸ਼ਮੀਰ ਤੇ ਹੋਰਨਾਂ ਸੂਬਿਆਂ ਦੇ ਵਿੱਚ ਵੀ ਜਿਹੜਾ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਜੀ। ਔਰ ਇਹਦੇ ਨਾਲ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਜਦੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ, ਉਹਦੇ ਮੱਦੇਨਜ਼ਰ ਵੀ ਵਿਰੋਧ ਦੇ ਬਾਵਜੂਦ ਵੀ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਔਰ ਦਿੱਲੀ ਦੇ ਵਿੱਚ ਭਾਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ, GRPF ਵੀ ਲਾਈ ਗਈ ਹੈ। ਗੁਆਂਢੀ ਸੂਬਿਆਂ ਤੋਂ ਵੀ ਆਪਣੀਆਂ ਜਿਹੜੀਆਂ ਤਾਲਮੇਲ ਕੀਤਾ ਗਿਆ ਹੈ। ਆਵਾਜਾਈ ਦਿੱਲੀ 'ਚ ਚੱਲ ਰਹੀ ਹੈ, ਦਿੱਲੀ 'ਚ ਕੋਈ ਬੰਦ ਨਹੀਂਗਾ ਜੀ। ਔਰ ਇਸੇ ਤਰ੍ਹਾਂ ਹੀ ਹਰਿਆਣੇ ਦੇ ਕੁਝ ਇਲਾਕਿਆਂ ਦੇ ਵਿੱਚ ਜਿੱਥੇ ਪਲਵਲ ਹੈ, ਖੋਡਲ ਹੈ ਤੇ ਬਲਬਗੜ੍ਹ ਹੈ, ਇੱਥੇ 3 ਘੰਟਿਆਂ ਦੇ ਲਈ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਜਿਹੜੇ ਨੌਜਵਾਨ ਸੀ, ਉਹਨਾਂ ਨੇ 3 ਘੰਟਿਆਂ ਲਈ ਟੋਲ ਪਰਚੀ ਤੋਂ ਮੁਕਤ ਕਰਵਾਇਆ ਸੀ ਔਰ ਅਗਨੀਪਥ ਯੋਜਨਾ ਨੂੰ ਰੱਦ ਕਰਨ ਦੀ ਮੰਗ ਕਰਦੇ ਉਹਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਸੀ ਔਰ ਨਾਲ ਹੀ ਉਹਨਾਂ ਨੇ ਜੀ ਜੀ ਕੁਝ ਕਹਿ ਰਹੇ ਸੀ ਪੂਰੇ ਨਹੀਂ ਨਹੀਂ ਕੁਝ ਨਹੀਂ ਕਹਿ ਰਿਹਾ, ਗਲਾ ਹੀ ਸਾਫ਼ ਕਰ ਰਿਹਾ ਸੀ। ਠੀਕ ਹੈ ਜੀ ਜੀ। ਤੋ ਇਹ ਗਲੇ ਸਾਫ਼ ਕਰਨ ਦੀ ਵੀ ਇੱਕ ਬਹੁਤ ਵੱਡੀ ਐਗਜ਼ਾਮਪਲ ਹੈਗੀ ਹੈ ਜੀ। ਉਹ ਕਹਿੰਦੇ ਕਿਹੜੀ ਦਵਾਈ ਲੈਂਦੇ ਹੋ? ਉਹ ਕਹਿੰਦੇ ਜੀ ਗਲਾ ਨਹੀਂ ਮੇਰਾ ਸਾਫ਼ ਹੁੰਦਾ। ਉਹ ਕਹਿੰਦੇ ਜੀ ਮੈਂ ਇੱਕ ਦਵਾਈ ਲੈਣਾ ਗਲਾ ਸਾਫ਼ ਹੋ ਜਾਂਦਾ ਹੈ। ਉਹ ਕਹਿੰਦਾ ਕਿਹੜੀ? ਕਹਿੰਦਾ ਮੇਰੀ ਤਾਂ 10 ਕਿੱਲੇ ਵਾਲੀ ਜ਼ਮੀਨ ਸਾਫ਼ ਕਰ ਦਿੱਤੀ ਜੀ। ਦਾਰੂ ਦੀ ਗੱਲ ਕਰਦੇ ਸੀ ਉਹ, ਤੇ ਗਲਾ ਤਾਂ ਕਹਿੰਦੇ ਬਹੁਤ ਛੇਤੀ ਸਾਫ਼ ਹੋ ਜਾਊਗਾ। ਸੋ ਮੈਨੂੰ ਪਤਾ ਨਹੀਂ ਤੁਸੀਂ ਦਾਰੂ ਪੀਂਦੇ ਕਿ ਨਹੀਂ ਪੀਂਦੇ, ਨਹੀਂ ਪੀਂਦਾ, ਸੋ ਗਲਾ ਸਾਫ਼ ਰੱਖਿਆ ਕਰੋ ਦੋਸਤੋ। ਬਿਲਕੁਲ। ਸੋ ਵੱਡੀ ਗਿਣਤੀ 'ਚ ਪੁਲਿਸ ਬਲ ਜਿਹੜੀ ਤਾਇਨਾਤ ਕੀਤੀ ਗਈ ਸੀ ਔਰ ਟੋਲ ਪਲਾਜ਼ੇ ਨੂੰ ਜਿਹੜਾ ਪਰਚੀ ਮੁਕਤ ਕਰਨ ਦੇ ਵਿੱਚ ਜਿੱਥੇ ਸਫਲਤਾ ਪ੍ਰਾਪਤ ਕੀਤੀ ਹੈ ਨੌਜਵਾਨਾਂ ਨੇ, ਕਿਸਾਨਾਂ ਨੇ, ਉੱਥੇ ਭਾਰਤ ਦੇ ਬੰਦ ਦੇ ਮੱਦੇਨਜ਼ਰ ਅੱਜ ਚੰਡੀਗੜ੍ਹ ਦੇ ਵਿੱਚ ਵੀ ਕਾਫੀ ਪ੍ਰਬੰਧ ਕੀਤਾ ਗਿਆ ਸੀਗਾ ਕਿ ਭਾਰਤ ਬੰਦ ਦਾ ਸੱਦਾ ਦਿੱਤਾ ਜਾਵੇ। ਲੇਕਿਨ ਪੰਜਾਬ ਦੇ ਵਿੱਚ ਇਹਦਾ ਕਿਤੇ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਿਆ। ਮੈਂ ਸਮਝਿਆ ਕਿ ਜੇ ਕਿਤੇ ਆਈਲੈਟਸ ਦਾ ਜਿਹੜਾ ਕੋਰਸ ਹੈ ਉਹ ਸਾਲ ਦਾ ਕਰ ਦੇਣ ਤਾਂ ਫਿਰ ਸ਼ਾਇਦ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਬੰਦ ਉਹ ਹੋ ਸਕਦੇ ਹੈ, ਕਿਉਂਕਿ 2-3 ਮਹੀਨਿਆਂ ਦੇ ਵਿੱਚ ਆਈਲੈਟਸ ਦਾ ਕੋਰਸ ਹੋ ਜਾਂਦਾ ਹੈ। ਜਾਂ ਬੱਚੇ ਜਿਹੜੇ ਅੱਜ ਕੱਲ੍ਹ PTE ਵੀ ਕਰਦੇ ਹੈ, ਜੇ ਇਹਦੀ ਕੋਈ ਮਿਆਦ ਵਧਾ ਦਿੱਤੀ ਜਾਵੇ ਵੀ 1 ਸਾਲ ਕਰਨਾ ਹੈ ਤਾਂ ਫਿਰ ਪੰਜਾਬ ਦੇ ਲੋਕ ਇਹਦੇ ਵੱਲ ਜਾਣਗੇ। ਲੇਕਿਨ ਅੱਜ ਅਗਨੀਪਥ ਯੋਜਨਾ ਦੇ ਵਿਰੋਧ ਦੇ ਮੱਦੇਨਜ਼ਰ ਪੁਲਿਸ ਵੱਲੋਂ ਵੱਖ-ਵੱਖ ਜਿਹੜੇ ਸਟੇਸ਼ਨ ਨੇ ਸਾਡੇ, ਚਾਹੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀ ਗੱਲ ਕਰ ਲਈਏ, ਉੱਥੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸੀਗੇ। ਪੈਰਾਮਿਲਟਰੀ ਫੋਰਸ, ਪੰਜਾਬ ਪੁਲਿਸ ਤੇ ਜਿਹੜੇ ਹੋਮਗਾਰਡਸ ਜਿਹੜੇ ਜਵਾਨ ਹੈ ਉਹ ਲਾਏ ਗਏ ਸੀ ਤਾਂ ਜੋ ਅਗਨੀਪਥ ਯੋਜਨਾ ਦਾ ਕੋਈ ਵਿਰੋਧ ਨਾ ਹੋ ਸਕੇ। ਦੂਜਾ ਇਹ ਹੈਗਾ ਕਿ ਅਗਨੀਪਥ ਵਿਰੋਧ ਦੇ ਕਰਕੇ ਤਕਰੀਬਨ 600 ਦੇ ਕਰੀਬ ਜਿਹੜੀਆਂ ਟ੍ਰੇਨਾਂ ਰੱਦ ਹੋਈਆਂ, 4 ਮੇਲ ਐਕਸਪ੍ਰੈਸ ਗੱਡੀਆਂ ਰੱਦ ਹੋਈਆਂ, 6 ਯਾਤਰੀ ਟ੍ਰੇਨਾਂ ਰੱਦ ਹੋਈਆਂ। ਪਰਸੋਂ ਮੈਂ ਦਿੱਲੀ ਤੋਂ ਜਦੋਂ ਆਇਆ ਤਾਂ ਮੈਨੂੰ ਵੀ ਸੀਗਾ ਕਿ ਮੈਂ ਕਿਤੇ ਇਹ ਨਾ ਹੋਵੇ ਟ੍ਰੇਨ ਦੀ ਟਿਕਟ ਬੁੱਕ ਕਰਾਈ ਹੈ ਤੇ ਕਿਸੇ ਚੱਕਰ 'ਚ ਫਸ ਜਾ। ਤੇ ਹਾਲਾਂਕਿ ਮੈਂ ਪਰਸਨਲ ਕਿਸੇ ਨੂੰ ਕਾਰਪੂਲ ਦੇ ਸਿਸਟਮ ਦੇ ਵਿੱਚ ਆਇਆ ਤੇ ਮੈਨੂੰ ਲੱਗਦਾ ਸੀਗਾ ਕਿ 2-3 ਦਿਨਾਂ ਦੇ ਵਿੱਚ ਜਿਹੜੇ ਇਹ ਅਗਨੀਪਥ ਯੋਜਨਾ ਹੈ ਇਹਦੇ ਮੱਦੇਨਜ਼ਰ ਕਾਫਲਾ ਜਿਹੜਾ ਇਹਨਾਂ ਦਾ ਵਧੇਗਾ। ਲੇਕਿਨ ਸਰਕਾਰ ਨੇ ਹੁਣ ਕਾਫੀ ਸਖਤੀ ਵੀ ਕੀਤੀ ਹੈ
सरकार ने साफ तौर पर आख्या कि ਜਿਹੜੇ ਵੀ ਵਿਅਕਤੀਆਂ ਦੀ ਭਰਤੀ ਅਸੀਂ ਕਿਸੇ ਵੀ ਡਿਪਾਰਟਮੈਂਟ 'ਚ ਕਰਨੀ ਹੈ ਤਾਂ ਜੇ ਕਿਸੇ ਦਾ ਇਸ ਅਗਨੀਪਥ ਵਿਰੋਧ ਦੇ ਵਿੱਚ ਜਾਂ ਕਿਸੇ ਕਹਿ ਸਕਦੇ ਹਾਂ ਕਿ ਦੰਗਾ ਫਸਾਦ ਦੇ ਵਿੱਚ ਕਿਸੇ ਦਾ ਨਾਂ ਆ ਗਿਆ ਤਾਂ ਫਿਰ ਅਸੀਂ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਾਂਗੇ। ਦੂਜਾ ਅਗਨੀਪਥ ਯੋਜਨਾ ਦੇ ਖਿਲਾਫ ਸੰਯੁਕਤ ਪ੍ਰਸਤਾਵ ਇੱਕ ਸਾਂਝਾ ਪ੍ਰਸਤਾਵ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਜਿਹੜੇ ਨੇ ਕਾਂਗਰਸ ਦੇ ਵਿਧਾਇਕ ਨੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ। ਚਿੱਠੀ ਦੇ ਵਿੱਚ ਉਹਨਾਂ ਨੇ ਇਹ ਲਿਖਿਆ ਕਿ ਅਗਲੇ ਹਫ਼ਤੇ ਜਿਹੜੇ ਹੈਗੇ ਨੇ ਵਿਧਾਨ ਸਭਾ ਦੀ ਮੀਟਿੰਗ ਹੋਣ ਜਾ ਰਹੀ ਹੈ ਔਰ ਇਸੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਵੱਲੋਂ ਇੱਕ ਮਤਾ ਲਿਆਂਦਾ ਜਾ ਰਿਹਾ ਤੇ ਤਾਂ ਜੋ ਉਹਨਾਂ ਨੇ ਆਖਿਆ ਕਿ ਨੌਜਵਾਨਾਂ ਦੇ ਖਦਸ਼ੇ ਦੀ ਗੂੰਜ ਜਿਹੜੀ ਹੈ ਇਸ ਯੋਜਨਾ ਨੂੰ ਟਾਲਣ ਲਈ ਸਰਬਸੰਮਤੀ ਨਾਲ ਇੱਕ ਮਤਾ ਪਾਇਆ ਜਾਵੇ ਵਿਰੋਧ ਦੇ ਵਿੱਚ। ਹੁਣ ਸਰਕਾਰ ਪੰਜਾਬ ਦੀ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਅਸੀਂ ਵਿਰੋਧ ਦੇ ਵਿੱਚ ਮਤਾ ਪਾਉਣਾ ਹੈ। ਦੂਜਾ ਹੈਗਾ ਕਿ ਐਤਵਾਰ ਨੂੰ ਪ੍ਰਧਾਨ ਮੰਤਰੀ ਨੇ ਇਸ ਸੰਬੰਧੀ ਇੱਕ ਬਿਆਨ ਦਿੱਤਾ ਸੀ। ਉਹਨਾਂ ਨੇ ਆਖਿਆ ਸੀਗਾ ਕਿ ਭਲਾ ਇਹ ਵਿਰੋਧ ਪ੍ਰਦਰਸ਼ਨ ਨਹੀਂ ਔਰ ਉਹਨਾਂ ਨੇ ਆਖਿਆ ਸੀ ਕਿ ਇਹ ਸਾਡੇ ਦੇਸ਼ ਦੀ ਇੱਕ ਮੰਦਭਾਗੀ ਗੱਲ ਹੈ ਵੀ ਜਦੋਂ ਅਸੀਂ ਕੋਈ ਚੰਗੀ ਚੀਜ਼ ਲਿਆਉਂਦੇ ਇਹਨੂੰ ਸਿਆਸੀ ਰੰਗ ਦਿੱਤਾ ਜਾਂਦਾ ਹੈ ਔਰ TRP ਦੇ ਚੱਕਰ ਦੇ ਵਿੱਚ ਮੀਡੀਆ ਵੀ ਇਹਦੇ ਵਿੱਚ ਫਸ ਜਾਂਦਾ ਹੈ। ਔਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲੌਰ ਦੇ ਵਿੱਚ ਆਖਿਆ ਵੀ ਕੁਝ ਲੋਕਾਂ ਨੇ ਇਹ ਗਲਤ ਫੈਸਲਾ ਲੱਗ ਰਿਹਾ ਹੈ ਲੇਕਿਨ ਬਾਅਦ ਦੇ ਵਿੱਚ ਇਹ ਚੰਗਾ ਹੋਏਗਾ ਫੈਸਲਾ ਔਰ ਕਾਂਗਰਸ ਨੇ ਵੱਖ-ਵੱਖ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਇਸ ਯੋਜਨਾ ਨੂੰ ਲੈ ਕੇ ਸਰਕਾਰ ਦੀ ਵੱਡੀ ਗਲਤੀ ਦੱਸ ਰਹੀਆਂ ਦੀ ਤੁਲਨਾ ਖੇਤੀ ਕਾਨੂੰਨਾਂ ਨਾਲ ਕੀਤੀ ਜਾ ਰਹੀ ਹੈ ਜਿਹਨੂੰ ਸਰਕਾਰ ਨੇ ਵਾਪਸ ਲੈ ਲਿਆ ਸੀ। ਕਈ ਜਿਹੜੇ ਆਲੋਚਕ ਨੇ ਸਰਕਾਰ ਦੇ ਉਹ ਕਹਿੰਦੇ ਆ ਕਿ ਸਰਕਾਰ ਦੀ ਇਸ ਯੋਜਨਾ ਨੂੰ ਵਾਪਸ ਲੈਣਾ ਚਾਹੀਦਾ। ਹਾਲਾਂਕਿ ਰੱਖਿਆ ਮੰਤਰਾਲੇ ਵੱਲੋਂ ਆਖਿਆ ਗਿਆ ਹੈ ਕਿ ਇਸ ਤਰ੍ਹਾਂ ਦੀ ਯੋਜਨਾ ਨੂੰ ਅਸੀਂ ਕੋਈ ਵਾਪਸ ਨਹੀਂ ਲੈ ਰਹੇ। ਨਾਲ ਹੀ ਉਹਨਾਂ ਨੇ ਫੌਜ ਨੇ ਆਖਿਆ ਕਿ ਇਹ ਵਿਸ਼ਵ ਦਾ ਇੱਕ ਟ੍ਰੈਂਡ ਹੈਗਾ, ਲੰਬੇ ਸਮੇਂ ਤੋਂ ਇਸੇ ਵਿਵਸਥਾ ਦਾ ਇੰਤਜ਼ਾਰ ਹੋ ਰਿਹਾ ਸੀ। ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਜਦੋਂ ਫੌਜ ਦੇ ਵਿੱਚ ਭਰਤੀ ਕਰਨ ਦੇ ਲਈ ਆਧੁਨਿਕ ਜੰਗ ਲੜਨ ਦੀ ਤਿਆਰੀ ਕਰਨ ਦੇ ਵਿੱਚ ਇਹਦੇ ਨਾਲ ਮਦਦ ਮਿਲੇਗੀ ਔਰ ਨਾਲ ਹੀ ਉਹਨਾਂ ਨੇ ਆਖਿਆ ਕਿ ਜਿਹੜੀ ਭਾਰਤੀ ਫੌਜ ਦੇ ਲਈ ਬਹੁਤ ਫਾਇਦੇਮੰਦ ਸਾਬਤ ਹੋਣਗੇ ਇਹ ਅਗਨੀਵੀਰ ਔਰ ਫੌਜ ਦੇ ਵਿੱਚ ਹੋਸ਼ ਤੇ ਜੋਸ਼ ਦਾ ਇੱਕ ਬੈਲੈਂਸ ਵੀ ਬਣਿਆ ਰਹੇਗਾ ਔਰ ਅਗਨੀਪਥ ਯੋਜਨਾ ਦੇ ਤਹਿਤ 17.5 ਸਾਲ ਤੋਂ 21 ਸਾਲ ਤੱਕ ਦੇ ਨੌਜਵਾਨ ਜਿਹੜੇ ਭਰਤੀ ਹੋ ਸਕਦੇ ਹੈ। ਹਾਲਾਂਕਿ ਇਸ ਪਹਿਲੇ ਸਾਲ 2 ਸਾਲ ਦੀ ਜਿਹੜੀ ਛੂਟ ਹੈ ਉਹ ਦਿੱਤੀ ਗਈ ਹੈ ਔਰ ਅਗਨੀਪਥ ਵਿਵਾਦ ਦੇ ਉੱਤੇ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਕਿ ਜਿਹੜੇ ਕੁਝ ਸੁਧਾਰ ਸ਼ੁਰੂਆਤ ਦੇ ਵਿੱਚ ਖਰਾਬ ਲੱਗਦੇ ਆ ਪਰ ਇਹਨਾਂ ਦਾ ਫਾਇਦਾ ਹੁੰਦਾ ਹੈ। ਉਹਨਾਂ ਨੇ ਆਖਿਆ ਕਿ ਲੰਬੇ ਸਮੇਂ ਤੱਕ ਦੇਸ਼ ਦਾ ਇਹਨੂੰ ਫਾਇਦਾ ਹੋਏਗਾ ਔਰ ਦੇਸ਼ ਦੇ ਵਿੱਚ ਅਗਨੀਪਥ ਸਕੀਮ ਨੂੰ ਲੈ ਕੇ ਉਹਨਾਂ ਨੇ ਆਪਣਾ ਜਿਹੜਾ ਸਪਸ਼ਟੀਕਰਨ ਵੀ ਦਿੱਤਾ ਹੈ। ਉਹਨਾਂ ਨੇ ਆਖਿਆ ਕਿ ਬਿਹਾਰ, ਯੂਪੀ, ਹਰਿਆਣਾ ਤੇ ਹੋਰ ਸੂਬਿਆਂ ਦੇ ਵਿੱਚ ਤੇ ਮੱਧ ਪ੍ਰਦੇਸ਼ ਨੇ ਕਈ ਸੂਬਿਆਂ ਦੇ ਜਿਹੜੇ ਨੌਜਵਾਨ ਹੈ ਇਹਦਾ ਵਿਰੋਧ ਕਰ ਰਹੇ ਨੇ। ਕਰਨਾਟਕ ਦੀ ਰਾਜਧਾਨੀ ਦੇ ਵਿੱਚ ਕਈ ਵਿਕਾਸ ਯੋਜਨਾਵਾਂ ਨੂੰ ਲਾਂਚਿੰਗ ਮੌਕੇ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਕਈ ਫੈਸਲੇ ਜਿਹੜੇ ਸੁਧਾਰ ਦੇ ਲਈ ਲਏ ਜਾਂਦੇ ਆ ਮਾੜੇ ਲੱਗਦੇ ਆ ਲੇਕਿਨ ਲੰਬੇ ਸਮੇਂ ਲਈ ਦੇਸ਼ ਦਾ ਜਿਹੜਾ ਇੱਕ ਚੰਗਾ ਫਾਇਦਾ ਉਠਾਏਗਾ ਔਰ ਉਹਨਾਂ ਨੇ ਆਖਿਆ ਕਿ ਸਾਡਾ ਜਿਹੜਾ ਸਪੇਸ ਹੈ ਜਾਂ ਡਿਫੈਂਸ ਹੈ ਇਸ ਸੈਕਟਰ ਦੇ ਵਿੱਚ ਦੇਸ਼ ਦੇ ਨੌਜਵਾਨਾਂ ਦੇ ਲਈ ਅਸੀਂ ਇਹਨਾਂ ਨੂੰ ਖੋਲ੍ਹਿਆ ਔਰ ਦਹਾਕਿਆਂ ਤੱਕ ਸਰਕਾਰ ਦੀ ਜਿਹੜਾ ਏਕਾਧਿਕਾਰ ਸੀ ਜਿੱਥੇ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਸਰਕਾਰ ਨੇ ਜਿਹੜੀਆਂ ਵਰਲਡ ਕਲਾਸ ਸਹੂਲਤਾਂ ਬਣਾਈਆਂ ਉਹਨਾਂ ਦਾ ਆਪਣਾ ਵਿਜ਼ਨ ਹੈ, ਉਹਨਾਂ ਦੀ ਆਪਣਾ ਹੁਨਰ ਹੈ, ਉਹਦਾ ਟੈਸਟ ਕੀਤਾ ਗਿਆ ਹੈ ਔਰ ਦੁਨੀਆ ਦੇ ਨਾਲ ਅਸੀਂ ਤਾਂ ਹੀ ਮੁਕਾਬਲਾ ਕਰ ਸਕਾਂਗੇ ਜੇ ਅਸੀਂ ਬਰਾਬਰ ਦੇ ਸਾਰਿਆਂ ਨੂੰ ਮੌਕੇ ਦੇਵਾਂਗੇ। ਔਰ ਉਹਨਾਂ ਨੇ ਆਖਿਆ ਕਿ ਜਿਹੜੇ ਕੰਮ ਦੇ ਲਈ 40 ਸਾਲ ਪੂਰੇ ਹੋ ਜਾਣ ਅੱਜ ਤੱਕ ਪੈਂਡਿੰਗ ਹੋਵੇ ਉਹ ਕੰਮ ਮੇਰੇ ਹਿੱਸੇ ਆਇਆ ਹੈ। ਉਹਨਾਂ ਨੇ ਆਖਿਆ ਕਿ ਹੁਣ ਲੋਕਾਂ ਨੂੰ ਸਮਾਂ ਨਹੀਂ ਗਵਾਉਣਾ ਚਾਹੀਦਾ ਔਰ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਉਹਨਾਂ ਨੇ ਆਖਿਆ ਕਿ ਤੁਸੀਂ ਇਹਦੇ ਬਾਰੇ ਦੇ ਵਿੱਚ ਜ਼ਰੂਰ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰੋ। ਹਾਲਾਂਕਿ ਅਗਨੀਪਥ ਵਿਵਾਦ ਦੇ ਚੱਲਦਿਆਂ ਹਰਿਆਣੇ ਦੇ ਜਿਹੜੇ 2 ਜ਼ਿਲ੍ਹਿਆਂ ਦੇ ਵਿੱਚ ਕੋਚਿੰਗ ਸੈਂਟਰ ਬੰਦ ਕੀਤੇ ਗਏ, ਅਗਲੇ ਹੁਕਮਾਂ ਤੱਕ ਧਾਰਾ 144 ਲਾ ਦਿੱਤੀ ਗਈ ਔਰ ਹਰਿਆਣਾ ਸਰਕਾਰ ਦੇ ਵਿੱਚ ਅਗਨੀਪਥ ਯੋਜਨਾ ਦੇ ਵਿਰੋਧ ਦੇ ਵਿੱਚ ਅੱਜ ਮਹਿੰਦਰਗੜ੍ਹ ਤੇ ਝੱਜਰ ਜ਼ਿਲ੍ਹਿਆਂ ਦੇ ਵਿੱਚ ਨਿੱਜੀ ਕੋਚਿੰਗ ਸੈਂਟਰ ਹੈ ਜਿਹੜੇ ਉਹ ਬੰਦ ਕੀਤੇ ਗਏ ਸਨ ਔਰ ਦੂਜੇ ਪਾਸੇ ਕੈਪਟਨ ਸ਼ਕਤੀ ਸਿੰਘ ਜਿਹੜੇ ਉੱਥੋਂ ਦੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਆਖਿਆ ਕਿ ਅਸੀਂ ਇੱਥੋਂ ਦੇ ਨਿੱਜੀ ਕੋਚਿੰਗ ਸੈਂਟਰ ਅਕੈਡਮੀਆਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਹ ਹਰਿਆਣੇ ਦੇ ਵਿੱਚ ਕਾਫੀ ਵੱਡਾ ਜਿਹੜਾ ਪ੍ਰਦਰਸ਼ਨ ਹੋਇਆ ਹੈ। ਰੋਹਤਕ ਸੋਨੀਪਤ ਰਾਜਮਾਰਗ ਤੇ ਬੰਦ ਕਰ ਦਿੱਤਾ ਗਿਆ ਸੀ। ਕੈਥਲ, ਫਰੀਦਾਬਾਦ ਤੇ ਜੀਂਦ ਦੇ ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋਏ ਨੇ। ਮਹਿੰਦਰਗੜ੍ਹ ਦੇ ਵਿੱਚ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ ਇਸ ਭਰਤੀ ਯੋਜਨਾ ਦੇ ਖਿਲਾਫ ਕਾਫੀ ਵੱਡਾ ਵਿਰੋਧ ਹੋਇਆ ਔਰ ਸ਼ਨੀਵਾਰ ਨੂੰ ਵੀ ਮਹਿੰਦਰਗੜ੍ਹ ਦੇ ਵਿੱਚ ਕੁਝ ਨੌਜਵਾਨਾਂ ਨੇ ਇੱਕ ਪਿਕਅਪ ਵੈਨ ਨੂੰ ਅੱਗ ਲਾ ਦਿੱਤੀ ਸੀ ਤੇ ਭੰਨਤੋੜ ਕੀਤੀ ਸੀ ਔਰ ਇੱਕ ਰੇਲਵੇ ਇੰਜੀਨੀਅਰ ਜਿਹਦਾ ਕੁਆਟਰ ਮਹਿੰਦਰਗੜ੍ਹ ਰੇਲਵੇ ਸਟੇਸ਼ਨ ਤੇ ਹੈ ਉਹਨੇ ਦਾਅਵਾ ਕੀਤਾ ਸੀ ਕਿ ਕੁਝ ਪ੍ਰਦਰਸ਼ਨਕਾਰੀ ਜਬਰਨ ਉਹਨਾਂ ਦੇ ਕੰਪਲੈਕਸ ਦੇ ਵਿੱਚ ਦਾਖਲ ਹੋ ਰਹੇ ਸੀ ਤੇ ਉੱਥੋਂ ਦਾ ਜਨਰੇਟਰ ਸੈੱਟ ਨੂੰ ਭੰਨਤੋੜ ਕਰ ਦਿੱਤਾ। ਕੁਝ ਸ਼ੋਰੂਮ ਦੇ ਸ਼ੀਸ਼ੇ ਤੋੜੇ ਨੇ, ਕੁਝ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਆਖਿਆ ਕਿ ਹਿੰਸਾ ਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੇ ਖਿਲਾਫ ਜਿਹੜੀ ਕਾਰਵਾਈ ਹੈ ਉਹ ਅਸੀਂ ਕਰਾਂਗੇ ਔਰ ਕੇਂਦਰ ਸਰਕਾਰ ਪਹਿਲਾਂ ਹੀ ਸਪਸ਼ਟ ਕਰ ਚੁੱਕੀ ਹੈ ਕਿ ਅਗਨੀਵੀਰ ਯੋਜਨਾ ਨੂੰ ਵਾਪਸ ਨਹੀਂ ਲਿਆ ਜਾਏਗਾ ਔਰ ਫੌਜ ਮਾਮਲਿਆਂ ਦੇ ਸੰਬੰਧੀ ਜਿਹੜੇ PROs ਨੇ ਉਹਨਾਂ ਨੇ ਆਖਿਆ ਕਿ ਇਸ ਯੋਜਨਾ ਨੂੰ ਵਾਪਸ ਕਿਉਂ ਲਿਆ ਜਾਣਾ ਚਾਹੀਦਾ ਦੱਸਿਆ ਜਾਵੇ
ਔਰ ਦੂਜਾ ਸ਼ੇਸ਼ਾਇਤਰ ਬਲਾਂ ਨੂੰ ਨੌਜਵਾਨ ਬਣਾਉਣ ਦੀ ਦਿਸ਼ਾ ਦੇ ਵਿੱਚ ਇੱਕਮਾਤਰ ਉਹਨਾਂ ਨੇ ਆਖਿਆ ਕਿ ਇਹ ਪ੍ਰਗਤੀਸ਼ੀਲ ਕਦਮ ਹੈ ਔਰ ਦੇਸ਼ ਦੀ ਰੱਖਿਆ ਦਾ ਇਹ ਪੂਰਾ ਵੱਡਾ ਸਵਾਲ ਹੈ। ਜੀ ਜਸਵਿੰਦਰ ਸਿੰਘ ਜੀ, ਪੰਜਾਬੀ ਦੀ ਇੱਕ ਕਵਿਤਾ ਦੀਆਂ ਕੁਝ ਲਾਈਨਾਂ ਨੇ, ਉਹ ਕਹਿੰਦੇ ਕਿ ਦੇਖੋ ਕੀ ਹੋਣ ਲੱਗਾ ਹੈ, ਇੱਕ ਚੋਰ ਨੂੰ ਫੜਨ ਲਈ ਚੋਰ ਪਿੱਛੇ ਲੱਗਾ ਹੈ। ਹੁਣ ਸੰਗਰੂਰ ਦੀ ਜਿਮਨੀ ਚੋਣ 'ਚ ਕੌਣ ਅੱਗੇ ਹੈ ਤੇ ਕੌਣ ਪਿੱਛੇ ਹੈ? ਹਾਂਜੀ ਬਿਲਕੁਲ, ਸੰਗਰੂਰ ਦੀ ਜਿਮਨੀ ਚੋਣ ਦੇ ਵਿੱਚ ਕੁਝ ਘੰਟੇ ਰਹਿ ਗਏ ਨੇ। ਚੋਣ ਪ੍ਰਚਾਰ ਕੱਲ ਨੂੰ ਬੰਦ ਹੋ ਜਾਏਗਾ ਜੀ। ਮੌਜੂਦਾ ਸਮੇਂ ਜੇ ਆਪਾਂ ਦੇਖੀਏ ਤਾਂ ਲੀਡਰ ਲਗਾਤਾਰ ਅਪੀਲਾਂ ਕਰ ਰਹੇ ਆ। ਅੱਜ ਸਵੇਰੇ ਪਰਮਜੀਤ ਸਿੰਘ ਸਰਨਾ ਦਿੱਲੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ, ਮੈਂ ਉਹਨਾਂ ਦੀ ਅਪੀਲ ਸੁਣ ਰਿਹਾ ਸੀ। ਉਹਨਾਂ ਨੇ ਅਪੀਲ ਕੀਤੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਔਰ ਦੂਜਾ ਬੀਬਾ ਕਮਲਜੀਤ ਕੌਰ ਰਾਜੋਆਣਾ ਨੂੰ। ਉਹਨਾਂ ਨੇ ਅਪੀਲ ਕੀਤੀ ਹੈ ਕਿ ਦੋਨੇ ਪੰਥ ਦੇ ਲਈ ਜਿਹੜੇ ਨੇ ਇਹ ਆਪਣੇ ਚੋਣ ਦੇ ਉੱਤੋਂ ਜਿਹੜਾ ਜਿੱਤਣ ਵਾਲਾ ਉਮੀਦਵਾਰ ਹੈ ਉਹ ਖੜਾ ਰਵੇ, ਦੂਜਾ ਉਮੀਦਵਾਰ ਬੈਠ ਜੇ। ਹੁਣ ਇਹ ਤਾਂ ਦੋਨੇ ਹੀ ਜਿੱਤਣ ਕਹਿ ਰਹੇ ਆ ਕਿ ਅਸੀਂ ਦੋਨੇ ਜਿੱਤਾਂਗੇ। ਦੂਜਾ ਅੱਜ ਅਰਵਿੰਦ ਕੇਜਰੀਵਾਲ ਵੀ ਪਹੁੰਚੇ, ਆਮ ਆਦਮੀ ਪਾਰਟੀ ਦੇ ਮੁਖੀ। ਲੋਕ ਸਭਾ ਸੀਟ ਦੇ ਜਿਮਨੀ ਚੋਣਾਂ ਦਾ ਪ੍ਰਚਾਰ ਹੈ, ਰੋਡ ਸ਼ੋਅ ਉਹਨਾਂ ਨੇ ਕੱਢਿਆ। 23 ਜੂਨ ਨੂੰ ਵੋਟਾਂ ਪੈਣੀਆਂ ਔਰ ਇੱਕ ਇਕੱਲੀ ਸੀਟ ਹੈ ਲੋਕ ਸਭਾ ਦੀ ਜਿਹੜਾ ਭਗਵੰਤ ਮਾਨ ਦੇ ਅਸਤੀਫੇ ਤੋਂ ਬਾਅਦ ਜਿਹੜੀ ਖਾਲੀ ਹੋਈ ਹੈ ਆਮ ਆਦਮੀ ਪਾਰਟੀ ਦੀ ਇਹ ਸੀਟ ਹੈ, ਜਿੱਥੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਇੰਚਾਰਜ ਗੁਰਮੇਲ ਸਿੰਘ ਨੂੰ ਟਿਕਟ ਦਿੱਤੀ ਹੈ। ਹਾਲਾਂਕਿ ਰਾਜ ਸਭਾ ਦੇ ਮੈਂਬਰ ਤਾਂ ਤੁਹਾਨੂੰ ਪਤਾ ਹੀ ਹੈ ਕਿ 5 ਮੈਂਬਰ ਰਾਜ ਸਭਾ ਦੇ ਬਣ ਗਏ ਨੇ ਜੀ, ਲੇਕਿਨ ਭਗਵੰਤ ਮਾਨ ਲੋਕ ਸਭਾ ਦੇ ਵਿੱਚ ਡਟੇ ਸੀ। ਲਗਾਤਾਰ 2 ਵਾਰੀ ਤੋਂ ਮੈਂਬਰ ਪਾਰਲੀਮੈਂਟ ਰਹੇ ਹੈ। ਪੰਜਾਬ ਸਰਕਾਰ ਦੇ ਸਾਰੇ ਮੰਤਰੀ ਪ੍ਰਚਾਰ ਕਰ ਰਹੇ ਆ। ਮਨੀਸ਼ ਸਿਸੋਦੀਆ ਵੀ ਪਹੁੰਚੇ ਸੀ ਔਰ ਸੰਗਰੂਰ ਸੀਟ ਜਿਹੜੀ ਸਭ ਤੋਂ ਸੇਫ ਸੀਟ ਮੰਨੀ ਜਾਂਦੀ ਆਮ ਆਦਮੀ ਪਾਰਟੀ ਦੇ ਲਈ। ਹਾਲਾਂਕਿ ਪਿਛਲੇ ਮਹੀਨੇ ਜਦੋਂ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਉਸ ਤੋਂ ਬਾਅਦ ਪਾਰਟੀ ਦੀਆਂ ਮੁਸ਼ਕਲਾਂ ਵਧੀਆਂ ਔਰ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਦੀ ਸਿਕਿਉਰਿਟੀ ਵਾਪਸ ਲੈਣ ਦੇ ਅਗਲੇ ਦਿਨ ਮੂਸੇਵਾਲੇ ਦਾ ਕਤਲ ਹੋ ਜਾਂਦਾ ਹੈ। 2 ਗਨਮੈਨ ਉਹਨਾਂ ਦੇ ਨਾਲ ਸੀ ਔਰ ਯੂਥ ਜਿਹੜਾ ਮੂਸੇਵਾਲੇ ਦੇ ਕਤਲ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਨਾਰਾਜ਼ ਹੈ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜੀ ਸਪੋਰਟ ਵੀ ਕਰ ਰਿਹਾ ਹੈ। ਦੂਜੇ ਪਾਸੇ ਅੱਜ ਸੰਗਰੂਰ ਦੇ ਵਿੱਚ ਕੇਜਰੀਵਾਲ ਦੇ ਦੌਰੇ ਤੋਂ ਪਹਿਲਾਂ ਇਹ ਵੀ ਪਤਾ ਲੱਗਿਆ ਕਿ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਕਾਲੀ ਮਾਤਾ ਮੰਦਿਰ ਦੇ ਗੇਟ ਦੇ ਉੱਤੇ ਦਿਖਾਈ ਦਿੱਤੇ ਨੇ। ਪੁਲਿਸ ਪ੍ਰਸ਼ਾਸਨ ਨੇ ਉਹਦੇ ਤੇ ਪੇਂਟ ਫਿਰ ਦਿੱਤਾ ਹੈ। 23 ਜੂਨ ਨੂੰ ਵੋਟਾਂ ਪੈਣੀਆਂ ਔਰ ਅਰਵਿੰਦ ਕੇਜਰੀਵਾਲ ਉਸ ਮੰਦਿਰ ਦੇ ਵਿੱਚ ਮੱਥਾ ਟੇਕਣ ਵੀ ਜਾ ਰਹੇ ਸਨ। ਇਸ ਤਰ੍ਹਾਂ ਦੀ ਹਰਕਤ ਦੇ ਲਈ ਕਾਨੂੰਨੀ ਵਿਵਸਥਾ ਨੂੰ ਲੈ ਕੇ ਵੀ ਕਾਫੀ ਵੱਡੇ ਸਵਾਲ ਖੜੇ ਹੋਏ ਨੇ। ਜਿੱਥੇ ਨਾਅਰੇ ਲਿਖੇ ਗਏ ਉੱਥੇ CCTV ਕੈਮਰਾ ਨਹੀਂ ਲੱਗਿਆ ਤੇ ਹੁਣ ਜਿਹੜਾ ਰਿਜ਼ਲਟ ਹੈ ਉਹ ਤਾਂ ਹੁਣ 25 ਜੂਨ ਨੂੰ ਆਉਣਾ ਹੈ, ਲੇਕਿਨ ਸਾਰੀਆਂ ਪਾਰਟੀਆਂ ਨੇ ਲੰਗਰ ਲੰਗੋਟੇ ਕਾਫੀ ਕੱਸੇ ਹੋਏ ਨੇ। ਕੌਣ ਜਿੱਤੇਗਾ ਕੌਣ ਹਾਰੇਗਾ ਇਹ ਤਾਂ ਨਹੀਂ ਕਿਹਾ ਜਾ ਸਕਦਾ, ਲੇਕਿਨ ਅਕਸਰ ਇਹ ਹੁੰਦਾ ਹੈ ਕਿ ਜਦੋਂ ਵੀ ਜਿਮਨੀ ਚੋਣ ਹੁੰਦੀ ਹੈ ਤਾਂ ਉਹ ਸਰਕਾਰ ਦੇ ਹੱਕ ਦੇ ਵਿੱਚ ਹੀ ਜਾਂਦੀ ਹੈ। ਮਨਪ੍ਰੀਤ ਬਾਦਲ ਪਹਿਲੀ ਵਾਰੀ ਜਦੋਂ MLA ਬਣੇ ਹੈ ਉਦੋਂ ਇੱਕ ਸੀਟ ਮੈਂ ਦੇਖੀ ਹੈ ਬੇਅੰਤ ਸਿੰਘ ਨੇ ਸਾਰਾ ਜ਼ੋਰ ਲਾਇਆ ਸੀ ਗਿੱਦੜਬਾਹਾ ਦੇ ਵਿੱਚ, ਤਾਂ ਉਦੋਂ ਬੇਅੰਤ ਸਿੰਘ ਜਿਹੜਾ ਅਕਾਲੀ ਦਲ ਦੇ ਉਮੀਦਵਾਰ ਤੋਂ ਉਹਦਾ ਉਮੀਦਵਾਰ ਜਿਹੜਾ ਹਾਰ ਗਿਆ ਸੀਗਾ ਤੇ ਜਾਂਦਾ ਹੋਇਆ ਬੇਅੰਤ ਸਿੰਘ ਕਹਿ ਗਿਆ ਸੀ ਕਿ ਅਗਲੀ ਵਾਰੀ ਬਾਦਲਾਂ ਨੂੰ ਘਰੇ ਹਰਾਊਂਗਾ। ਲੇਕਿਨ ਉਸ ਤੋਂ ਬਾਅਦ 31 ਅਕਤੂਬਰ ਨੂੰ ਤੁਹਾਨੂੰ ਪਤਾ ਹੀ ਹੈ 31 ਅਗਸਤ ਨੂੰ ਉਹਦਾ ਜਿਹੜਾ ਬੰਬ ਬਲਾਸਟ ਨਾਲ ਉਹਦੀ ਡੈਥ ਹੋ ਜਾਂਦੀ ਹੈ। 3 ਮਹੀਨਿਆਂ ਬਾਅਦ ਹੀ ਤਾਂ ਦੁਬਾਰਾ ਜਿਹੜੀ ਸਰਕਾਰ ਹੈ ਉਹ ਅਕਾਲੀ ਦਲ ਦੀ ਬਣਦੀ ਹੈ। ਹੁਣ ਜ਼ੋਰ ਤਾਂ ਸਾਰੇ ਲਾ ਰਹੇ ਨੇ, ਲੇਕਿਨ ਕੌਣ ਬਣੇਗਾ ਇਸ ਬਾਰੇ ਹਜੇ ਪੂਰੀ ਜਾਣਕਾਰੀ ਹੈ ਜਿਹੜੀ ਉਹ ਇਸ ਸਮੇਂ ਨਹੀਂ ਦੱਸ ਸਕਦੇ। ਪਰ ਇੰਨਾ ਜ਼ਰੂਰ ਹੈ ਕਿ ਰੁਝਾਨ ਜਿਹੜਾ ਹੈਗਾ ਉਹ ਰੂਲਿੰਗ ਪਾਰਟੀ ਦੇ ਨਾਲ ਹੀ ਹੁੰਦਾ ਲੋਕਾਂ ਦਾ, ਕਿਉਂਕਿ ਇੱਕ ਸੀਟ ਜਿੱਤਣੀ ਹੈ ਇਹਦੇ ਨਾਲ ਕੋਈ ਸਰਕਾਰ ਨਹੀਂ ਡਿੱਗ ਪੈਣੀ, ਕੋਈ ਸਰਕਾਰ ਨਹੀਂ ਬਣ ਜਾਣੀ। ਸੋ ਵਕਾਰ ਦਾ ਸਵਾਲ ਜ਼ਰੂਰ ਹੈ ਕਾਂਗਰਸ ਦੇ ਲਈ, ਕਿਉਂਕਿ ਕਾਂਗਰਸ ਦੇ ਬਹੁਤ ਵੱਡੇ ਲੀਡਰ ਜਿਹੜੇ ਨੇ ਸੁਨੀਲ ਜਾਖੜ ਹੋ ਗਏ, 4 ਮੰਤਰੀ ਹੋ ਗਏ, ਉਹ ਭੱਜ ਗਏ ਤੇ ਦੂਜੇ ਪਾਸੇ ਰਾਜਾ ਵੜਿੰਗ ਦੀ ਸਿਰ ਦੇ ਉੱਤੇ ਜ਼ਿੰਮੇਵਾਰੀ ਹੈ ਤੇ ਰਾਜਾ ਵੜਿੰਗ ਵੀ ਚਾਹੁੰਦਾ ਕਿ ਜੇ ਮੈਨੂੰ ਤੁਸੀਂ 5 ਸਾਲ ਪ੍ਰਧਾਨ ਰੱਖਣਾ ਤੇ ਮੈਂ 92 ਨਹੀਂ ਮੈਂ 95 ਸੀਟਾਂ ਜਿੱਤ ਕੇ ਦੇਵਾਂਗਾ। ਹੁਣ ਦੇਖਣਾ ਹੋਏਗਾ ਕਿ ਇਹ ਰਿਜ਼ਲਟ ਕੀ ਨਿਕਲਦਾ ਜੀ। ਹੁਣ ਇਸ ਸੰਗਰੂਰ ਦੀ ਜਿਮਨੀ ਚੋਣ ਦੇ ਨਾਲ ਸਿੱਧੂ ਮੂਸੇਵਾਲਾ ਦੀ ਮੌਤ ਉਹਨਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਕਾਂਗਰਸ ਪਾਰਟੀ ਵੱਲੋਂ, ਪਰ ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਦੀ ਆਪਸ ਵਿੱਚ ਟਸਲ ਚੱਲ ਰਹੀ ਹੈ ਇਹਦੇ ਦੇ ਫੜਫੜਾਈ ਦੇ ਮਾਮਲੇ 'ਚ, ਉਹ ਕੀ ਚੱਲ ਰਹੀ ਹੈ? ਹਾਂਜੀ, ਵੈਸੇ ਤਾਂ ਪਰਿਵਾਰ ਨੇ ਪਹਿਲਾਂ ਹੀ ਕਿਹਾ ਸੀ ਜੀ ਇਸ ਬਾਰੇ। ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਸੀ, ਉਹਦੀ ਮਾਤਾ ਨੇ ਕਿਹਾ ਸੀਗਾ ਕਿ ਸਾਡੇ ਪੁੱਤ ਦਾ ਤਾਂ ਹਾਲੇ ਸੇਵਾ ਨਹੀਂ ਠੰਡਾ ਹੋਇਆ ਤੇ ਤੁਸੀਂ ਇਹਦੇ ਤੇ ਰਾਜਨੀਤੀ ਨਾ ਕਰੋ। ਲੇਕਿਨ ਕਾਂਗਰਸ ਨੇ ਇੱਕ ਵੀਡੀਓ ਬਣਾਈ ਸੀਗੀ, ਉਸ ਵੀਡੀਓ ਦੇ ਵਿੱਚ ਉਹਨਾਂ ਨੇ ਸਿੱਧੂ ਮੂਸੇਵਾਲੇ ਦੀ ਮ੍ਰਿਤਕ ਦੇਹ ਤੇ ਉਹਦੀ ਸਮਾਧ ਨੂੰ ਦਿਖਾਇਆ ਗਿਆ ਸੀ। ਬਾਅਦ ਦੇ ਵਿੱਚ ਉਹਦੇ ਤੇ ਇਤਰਾਜ਼ ਕੀਤਾ। ਲੇਕਿਨ ਹੁਣ ਪੰਜਾਬੀ ਸਿੰਗਰ ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਮਲੇ ਦੇ ਵਿੱਚ ਤੁਸੀਂ ਦੇਖੋ ਵੀ ਅੱਜ ਇੰਡੀਆ ਦੇ ਵਿੱਚ 21-20 ਤਰੀਕ ਹੋ ਗਈ, ਕੱਲ ਨੂੰ 21 ਜੂਨ ਹੈ
ਜੀ 29 ਮਈ ਨੂੰ ਇਹ ਡੈਥ ਹੁੰਦੀ ਹੈ ਤੇ ਅੱਜ ਪੌਣਾ ਮਹੀਨਾ ਹੋ ਗਿਆ, ਕਹਿ ਸਕਦੇ ਹਾਂ ਕਿ ਅਗਲੇ ਹਫ਼ਤੇ ਮਹੀਨਾ ਹੋ ਜਾਣਾ ਹੈ ਜੀ। ਤੇ ਸਰਕਾਰ ਦੇ ਹੱਥ, ਪੁਲਿਸ ਦੇ ਹੱਥ ਹਲੇ ਤੱਕ ਕੁਝ ਵੀ ਨਹੀਂ ਲੱਗਿਆ। ਰੋਜ਼ ਕਹਿੰਦੇ ਆ ਸ਼ਾਰਪ ਸ਼ੂਟਰ ਫੜ ਲਏ, ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਏ, ਇੱਕ ਨੂੰ ਅੱਜ ਗੁਜਰਾਤ ਤੋਂ ਗ੍ਰਿਫਤਾਰ ਕਰਕੇ ਲਿਆਂਦਾ ਹੈ, ਇੱਕ ਹਰਿਆਣੇ ਦਾ ਸੋਨੀਪਤ ਜ਼ਿਲ੍ਹੇ ਦਾ ਰਹਿਣ ਵਾਲਾ ਪੂਰਾ ਕਤਲਕਾਂਡ ਨੂੰ ਜਿਹਨੇ ਅੰਜਾਮ ਦਿੱਤਾ ਹੈ, ਇੱਕ ਕੇਸ਼ਵ ਹੈਗਾ ਜਿਹੜਾ ਝੱਜਰ ਦਾ ਰਹਿਣ ਵਾਲਾ ਹੈ ਔਰ ਇਹਦੇ ਤੇ 2021 ਦੇ ਵਿੱਚ ਮਰਡਰ ਦਾ ਕੇਸ ਚੱਲਦਾ ਸੀ, ਇਹ ਬਠਿੰਡੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਔਰ ਕੁੱਲ 6 ਸ਼ਾਰਪ ਸ਼ੂਟਰ ਜਿਹੜੇ ਦਿੱਲੀ ਪੁਲਿਸ ਨੇ ਅੱਜ ਆਖਿਆ ਵੀ ਅਸੀਂ ਫੜੇ ਹੈ। ਔਰ ਜਿਹੜੀ ਕਰੋਲਾ ਤੇ ਬਲੈਰੋ ਦੇ ਵਿੱਚ ਸਵਾਰ ਹੋ ਕੇ ਆਏ ਸੀ ਤੇ ਇਹ ਵੀ ਖੁਲਾਸਾ ਕੀਤਾ ਕਿ ਜੇ ਹਥਿਆਰ ਫੇਲ ਹੋ ਜਾਂਦੇ ਜਾਂ ਮੌਕੇ ਤੇ ਕੋਈ ਖਤਰਾ ਹੁੰਦਾ ਤਾਂ ਸ਼ਾਰਪ ਸ਼ੂਟਰਾਂ ਨੇ ਮੂਸੇਵਾਲੇ ਦੇ ਉੱਤੇ ਗ੍ਰਨੇਡ ਅਟੈਕ ਦੀ ਵੀ ਜਿਹੜੀ ਪਲੈਨਿੰਗ ਕਰ ਰੱਖੀ ਸੀਗੀ। ਔਰ ਸ਼ਾਰਪ ਸ਼ੂਟਰਾਂ ਨੇ ਪੁਲਿਸ ਦੀ ਵਰਦੀ ਵੀ ਲੈ ਰੱਖੀ ਸੀ, ਇਹ ਦੱਸਿਆ ਜਾ ਰਿਹਾ ਹੈ। ਹਾਲਾਂਕਿ ਨੇਮ ਪਲੇਟ ਹੋਣ ਦੀ ਨਾ ਹੋਣ ਦੀ ਵਜ੍ਹਾ ਨਾਲ ਉਹਨਾਂ ਨੇ ਵਰਦੀ ਨਹੀਂ ਸੀ ਪਹਿਨੀ। ਔਰ ਮੂਸੇਵਾਲੇ ਦੇ ਕਤਲ ਤੋਂ ਬਾਅਦ ਇਹ ਸ਼ਾਰਪ ਸ਼ੂਟਰਾਂ ਨੇ ਗੋਲਡੀ ਬਰਾੜ ਨੂੰ ਕਾਲ ਕਰਕੇ ਵੀ ਕਿਹਾ ਸੀਗਾ ਕਿ ਕੰਮ ਹੋ ਗਿਆ। 9 ਵਾਰ ਮੂਸੇਵਾਲਾ ਦੀ ਰੇਕੀ ਹੋਈ ਪੰਜਾਬੀ ਸਿੰਗਰ ਦੀ। ਫੌਜੀ ਤੇ ਜਿਹੜਾ ਮਨੂ ਹੈ ਉਹਦੀ ਅਗਵਾਈ ਦੇ ਵਿੱਚ 2 ਮੋਡਿਊਲ ਬਣੇ ਸੀ। ਕੈਨੇਡਾ ਬੈਠੇ ਗੈਂਗਸਟਰ ਜਿਹੜੇ ਗੋਲਡੀ ਬਰਾੜ ਦੇ ਟੱਚ ਵਿੱਚ ਸੀ ਔਰ ਜਿਹੜਾ ਸ਼ਾਰਪ ਸ਼ੂਟਰ ਹੈ ਮਨੂ, ਉਹਦੇ ਕੋਲੇ AK-47 ਸੀ, ਉਹਨੇ ਕਹਿੰਦੇ ਗੋਲੀਆਂ ਮਾਰੀਆਂ। ਹੁਣ ਅਸਲੀਅਤ ਕੀ ਹੈ ਇਹ ਹੁਣ ਇੱਕ ਜਾਂਚ ਦਾ ਵਿਸ਼ਾ ਹੈ। ਲੇਕਿਨ ਦਿੱਲੀ ਪੁਲਿਸ ਦੇ ਜਿਹੜੇ ਸਪੈਸ਼ਲ ਸੈੱਲ ਦੇ ਸਪੈਸ਼ਲ ਪੁਲਿਸ ਕਮਿਸ਼ਨਰ ਹੈ HES ਧਾਲੀਵਾਲ, ਉਹਨਾਂ ਨੇ ਦੱਸਿਆ ਕਿ ਮੂਸੇਵਾਲੇ ਦੇ ਕਤਲ ਦੇ ਅੰਜਾਮ ਨੂੰ ਦੇਣ ਦੇ ਲਈ 2 ਮੋਡਿਊਲ ਉਹਨਾਂ ਦੇ ਐਕਟਿਵ ਸੀਗੇ। ਦੋਨੇ ਜਿਹੜੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਟੱਚ ਵਿੱਚ ਸੀ। ਬਲੈਰੋ ਨੂੰ ਇੱਕ ਕਸ਼ਿਸ਼ ਨਾਂ ਦਾ ਬੰਦਾ ਚਲਾ ਰਿਹਾ ਸੀ ਔਰ ਇਸ ਟੀਮ ਨੂੰ ਹੈਡ ਕਰ ਰਿਹਾ ਸੀ ਪ੍ਰਿਆਵਰਤੀ ਫੌਜੀ ਔਰ ਇਹਦੇ ਨਾਲ ਅੰਕਿਤ ਸਿਰਸਾ ਤੇ ਦੀਪਕ ਮੁੰਡੀ ਤੇ 2 ਮੁੰਡੇ ਦੇ ਨਾਲ ਸੀਗੇ। ਕਰੋਲਾ ਗੱਡੀ ਨੂੰ ਇੱਕ ਜਗਰੂਪ ਰੂਪਾ ਤੇ ਉਹਦੇ ਨਾਲ ਸੀਗਾ ਮਨਪ੍ਰੀਤ ਮਨੂ ਕਹਿੰਦੇ ਬੈਠਾ ਸੀਗਾ। ਔਰ ਜਿਹੜਾ ਮਨਪ੍ਰੀਤ ਮਨੂ ਹੈ ਉਹਨੇ AK-47 ਨਾਲ ਮੂਸੇਵਾਲੇ ਦੇ ਫਾਇਰ ਕੀਤੇ। ਇਹ ਮੋਗੇ ਦਾ ਰਹਿਣ ਵਾਲਾ ਹੈ, ਜਿਹਦੀ ਗੋਲੀ ਨਾਲ ਮੂਸੇਵਾਲੇ ਦੀ ਥਾਰ ਰੁਕ ਗਈ ਔਰ ਫਿਰ ਦੂਜੇ ਬੰਦੇ ਕਰੋਲਾ ਤੋਂ ਉਤਰੇ। ਬਲੈਰੋ ਦੇ ਵਿੱਚ 4 ਸ਼ੂਟਰ ਸੀ। ਸਾਰੇ ਸ਼ਾਰਪ ਸ਼ੂਟਰਾਂ ਨੇ ਜਦੋਂ ਫਾਇਰਿੰਗ ਕੀਤੀ, ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਹੁਣ ਮੂਸੇਵਾਲਾ ਬਚ ਨਹੀਂ ਸਕਦਾ ਤੇ ਫਿਰ ਇਹ ਫਰਾਰ ਹੋਏ। ਔਰ ਹਰਿਆਣੇ ਦੇ ਜਿਹੜੇ ਇਹ ਬਦਮਾਸ਼ ਹੈ 2 ਮਰਡਰਾਂ ਸਣੇ 11 ਇਹਨਾਂ ਦੇ ਕੇਸ ਹੈ। ਜਿਹੜਾ ਪ੍ਰਿਆਵਰਤੀ ਫੌਜੀ ਹੈ ਮਰਡਰ ਕੇਸ ਦੇ ਵਿੱਚ ਪਿਛਲੇ ਸਾਲ ਤੋਂ ਫਰਾਰ ਹੈ ਔਰ ਪੈਟਰੋਲ ਪੰਪ ਦੀ ਜਿਹੜੀ CCTV ਫੁਟੇਜ ਹੈ ਉੱਥੋਂ ਇਹਨਾਂ ਦੀ ਪਹਿਚਾਣ ਹੋਈ ਹੈ। ਔਰ ਵਾਰਦਾਤ ਤੋਂ ਬਾਅਦ ਜਿਹੜਾ ਮਨੂ ਤੇ ਰੂਪਾ ਇਹ ਵੱਖਰੇ ਚਲੇ ਗਏ। 4 ਲੋਕ ਜਿਹੜੇ ਬਲੈਰੋ ਦੇ ਵਿੱਚ ਉਹ ਵੱਖਰੇ ਚਲੇ ਗਏ ਤੇ 4 ਕਿਲੋਮੀਟਰ ਬਾਅਦ ਕੇਸ਼ਵ ਨੇ ਆਪਣੀ ਗੱਡੀ ਦੇ ਵਿੱਚ ਇਹਨੂੰ ਬਿਠਾਇਆ। ਇੱਥੋਂ ਫਤਿਆਬਾਦ ਗਏ ਤੇ ਕੁਝ ਦਿਨ ਇੱਥੋਂ ਰੁਕਣ ਤੋਂ ਬਾਅਦ ਅੱਗੇ ਨਿਕਲੇ ਤੇ ਅੱਗੇ ਇਹ ਲੁਕਦੇ ਲਗਾਉਂਦੇ ਰਹੇ ਤੇ 19 ਜੂਨ ਨੂੰ ਦਿੱਲੀ ਪੁਲਿਸ ਨੇ ਸਪੈਸ਼ਲ ਸੈੱਲ ਨੇ ਇਹਨਾਂ ਨੂੰ ਇੱਕ ਖਾਰੀ ਮੱਠੀ ਰੋਡ ਹੈ ਮੁਦਰਾ ਪੋਰਟ ਦੇ ਕੋਲ, ਉੱਥੋਂ ਗ੍ਰਿਫਤਾਰ ਕੀਤਾ ਤੇ ਉੱਥੋਂ ਕਿਸੇ ਲੋਕਲ ਡੀਲਰ ਦੇ ਜ਼ਰੀਏ ਇਹਨਾਂ ਨੇ ਕਿਰਾਏ ਤੇ ਮਕਾਲ ਲਿਆ ਸੀਗਾ। ਔਰ ਇਹਨਾਂ ਦੇ ਕੋਲੋਂ 8 ਹਾਈ ਐਕਸਪਲੋਸਿਵ ਗ੍ਰਨੇਡ ਔਰ ਅੰਡਰ ਬੈਰਲ ਗ੍ਰਨੇਡ ਲਾਂਚਰ ਬਰਾਮਦ ਕੀਤਾ ਜਿਹੜਾ AK-47 ਦੇ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਸੀਗਾ। ਔਰ ਇੱਕ ਅਸਾਲਟ ਰਾਈਫਲ, 3 ਪਿਸਤੌਲ ਔਰ ਇੱਕ ਪਾਰਟ AK ਸੀਰੀਜ਼ ਅਸਾਲਟ ਰਾਈਫਲ ਦਾ ਜਿਹੜਾ ਉਹ ਵੀ ਮਿਲਿਆ ਜੀ। ਔਰ ਇਹ ਜਿਹੜਾ ਗੜੀ ਸਿਸਾਨਾ ਦਾ ਰਹਿਣ ਵਾਲਾ ਹੈ ਪ੍ਰਿਆਵਰਤੀ ਫੌਜੀ, ਇਹਦੇ ਦੇ 2 ਕਤਲ ਤੇ 11 ਮਾਮਲੇ ਦਰਜ ਹੈ ਔਰ ਸੋਨੀਪਤ ਦੇ ਖਰਗੌਦਾ ਤੇ ਬਰੌਦਾ ਥਾਣੇ ਦੇ ਵਿੱਚ ਵੀ ਇਹਦੇ ਖਿਲਾਫ ਮਾਮਲਾ ਦਰਜ ਹੈ। ਔਰ ਇਹਦਾ ਨਾਮ ਜਿਹੜਾ 1.25 ਸਾਲ ਪਹਿਲਾਂ ਇੱਕ ਕ੍ਰਿਸ਼ਨ ਕਤਲਕਾਂਡ ਦੇ ਵਿੱਚ ਆਇਆ ਸੀ ਤੇ ਹਰਿਆਣਾ ਪੁਲਿਸ ਨੇ ਇਹਦੇ ਤੇ 25,000 ਰੁਪਏ ਦਾ ਇਨਾਮ ਵੀ ਰੱਖਿਆ ਸੀ। ਔਰ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ 4 ਸ਼ਾਰਪ ਸ਼ੂਟਰਾਂ ਦੀ ਜਿਹੜੀ ਪਹਿਚਾਣ ਕੀਤੀ ਹੈ ਔਰ ਇਹਨਾਂ ਦੀਆਂ ਫੋਟੋਆਂ ਵੀ ਜਾਰੀ ਕੀਤੀਆਂ। ਔਰ ਸਿੱਧੂ ਮੂਸੇਵਾਲਾ ਨੂੰ ਜਦੋਂ 29 ਮਈ ਨੂੰ ਸ਼ਾਮ 5:30 ਵਜੇ ਮਾਨਸਾ ਦੇ ਪਿੰਡ ਜਵਾਤਕਾ ਦੇ ਵਿੱਚ ਕਤਲ ਕੀਤਾ ਗਿਆ ਤੇ 40 ਰਾਉਂਡ ਇਹਨਾਂ ਨੇ ਫਾਇਰ ਕੀਤੇ ਸੀ ਔਰ ਮੂਸੇਵਾਲਾ ਦੇ ਸਰੀਰ ਦੇ ਉੱਤੇ 19 ਜ਼ਖਮ ਹੋਏ ਸੀ ਤੇ 7 ਗੋਲੀਆਂ ਸਿੱਧੂ ਸ਼ੁਭਦੀਪ ਸਿੰਘ ਮੂਸੇਵਾਲਾ ਦੇ ਲੱਗੀਆਂ ਸੀ ਤੇ ਗੋਲੀ ਲੱਗਣ ਦੇ 15 ਮਿੰਟਾਂ ਬਾਅਦ ਮੂਸੇਵਾਲਾ ਦੀ ਜਾਨ ਚਲੀ ਗਈ ਸੀ। ਔਰ ਬਲੈਰੋ ਤੇ ਕਰੋਲਾ ਗੱਡੀ ਪਿੱਛੇ ਕਰਕੇ ਉਹਨਾਂ ਨੇ ਥਾਰ ਜੀਪ ਤੇ ਜਦੋਂ ਮੂਸੇਵਾਲਾ ਜਾ ਰਿਹਾ ਸੀ ਉਦੋਂ ਇਹਨਾਂ ਨੇ ਹਮਲਾ ਕੀਤਾ ਔਰ ਉਸ ਸਮੇਂ ਮੂਸੇਵਾਲੇ ਦੇ ਨਾਲ ਜਿਹੜੇ ਗਨਮੈਨ ਨਹੀਂ ਸੀ। ਹੁਣ ਮੂਸੇਵਾਲਾ ਕਤਲਕਾਂਡ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ 11 ਗ੍ਰਿਫਤਾਰੀਆਂ ਹੋ ਚੁੱਕੀਆਂ ਔਰ ਸ਼ਾਰਪ ਸ਼ੂਟਰਾਂ ਨੂੰ ਕਰੋਲਾ ਗੱਡੀ ਦੇਣ ਵਾਲਾ ਮਨਪ੍ਰੀਤ ਭਾਊ, ਗੈਂਗਸਟਰ ਇੱਕ ਮਨਪ੍ਰੀਤ ਮੰਨਾ, ਇੱਕ ਸਾਰਜ ਮਿੰਟੂ, ਇੱਕ ਪ੍ਰਭਦੀਪ ਸਿੱਧੂ ਔਰ ਪੱਪੀ, ਇੱਕ ਮੋਨੂ ਡਾਂਗਰ, ਇੱਕ ਹੈਗਾ ਜੀ ਪਵਨ ਬਿਸ਼ਨੋਈ, ਇੱਕ ਨਸੀਬ ਖਾਨ ਹੈ, ਇੱਕ ਮਨਮੋਹਨ ਸਿੰਘ ਮੋਹਣਾ ਹੈ ਤੇ ਮੂਸੇਵਾਲੇ ਦੇ ਫੈਨ ਬਣ ਕੇ ਰੇਕੀ ਕਰਨ ਵਾਲਾ ਸੰਦੀਪ ਕੇਕੜਾ ਵੀ ਇਹਦੇ ਸ਼ਾਮਲ ਹੈ। ਔਰ ਮੂਸੇਵਾਲਾ ਕਤਲਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਲਾਰਸ ਗੈਂਗ ਦੇ ਸਰਗਨਾ ਜਿਹੜੇ ਗੈਂਗਸਟਰ ਲਾਰਸ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਦਿੱਲੀ ਤੋਂ ਇਹਨਾਂ ਨੂੰ ਪ੍ਰੋਡਕਸ਼ਨ ਵੰਡ ਤੇ ਲਿਆਂਦਾ ਗਿਆ। ਇਸ ਤੋਂ ਇਲਾਵਾ ਜਿਹੜਾ ਕੈਨੇਡਾ ਬੈਠਾ ਗੈਂਗਸਟਰ ਗੋਲਡੀ ਬਰਾੜ ਦਾ ਵੀ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕਾ ਹੈ ਕਿਉਂਕਿ ਲਾਰਸ ਨੇ ਗੋਲਡੀ ਬਰਾੜ ਦਾ ਜਿਹੜਾ ਐਡਰੈਸ ਹੈ ਉਹ ਦੱਸ ਦਿੱਤਾ ਸੀਗਾ ਕਿ ਉਹ ਕਿੱਥੇ ਰਹਿ ਰਿਹਾ ਹੈ
ਹੁਣ ਦੇਖਣਾ ਹੈ ਕਿ ਲਾਰੈਂਸ ਨੂੰ ਰੈੱਡ ਕਾਰਨਰ ਨੋਟਿਸ ਤੋਂ ਬਾਅਦ ਇੰਡੀਆ ਪੁਲਿਸ ਜਾਂ ਪੰਜਾਬ ਪੁਲਿਸ ਜਾਂ ਦਿੱਲੀ ਪੁਲਿਸ ਕੀ ਉਹਨੂੰ ਵਾਪਸ ਲੈ ਕੇ ਆਏਗੀ ਕੈਨੇਡਾ ਤੋਂ, ਜਾਂ ਕੈਨੇਡਾ ਤੋਂ ਉਹਨਾਂ ਨੂੰ ਡਿਪੋਰਟ ਕੀਤਾ ਜਾਏਗਾ। ਇਹ ਤਾਂ ਮਾਮਲਾ ਬਹੁਤ ਲੰਬਾ ਹੈ, ਪਰ ਹੁਣ ਕੈਨੇਡਾ ਦੀ ਗੱਲ ਕਰ ਲੈਂਦੇ ਆ। ਅਕਾਲ ਤਖਤ ਦੇ ਜਥੇਦਾਰ ਨੇ ਕੈਨੇਡਾ ਚ ਆਉਣਾ ਸੀ, ਕੀ ਗੱਲ ਹੋਈ? ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੈਨੇਡਾ ਆਉਣਾ ਸੀਗਾ ਕਿਉਂਕਿ ਇੱਥੇ ਇੱਕ ਸਮਾਗਮ ਰੱਖਿਆ ਸੀਗਾ ਜੀ, ਵਰਲਡ ਸਿੱਖ ਕਾਨਫਰੰਸ, ਸ਼ਾਇਦ ਜੀ ਜੇ ਮੈਂ ਠੀਕ ਬੋਲ ਰਿਹਾ ਤਾਂ ਜੀ। ਉਹਦੇ ਚ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਉਣਾ ਸੀ 26 ਜੂਨ ਨੂੰ। ਉਹਨਾਂ ਦਾ ਮੈਨੂੰ ਪਤਾ ਲੱਗਿਆ ਸੀ, ਮੇਰੇ ਨਾਲ ਗੱਲ ਵੀ ਹੋਈ ਸੀ ਧਾਮੀ ਸਾਹਿਬ ਦੀ, ਉਹ ਕਹਿੰਦੇ ਸੀ ਮੇਰੇ ਫਿੰਗਰਪ੍ਰਿੰਟ ਤਾਂ ਉਹਨਾਂ ਨੇ ਲੈ ਲਏ ਆ, ਵੀਜ਼ੇ ਦਾ ਮੈਨੂੰ ਪਤਾ ਨਹੀਂ ਉਹਨਾਂ ਦਾ ਵੀਜ਼ਾ ਆਇਆ ਕਿ ਨਹੀਂ ਆਇਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਮੇਰੇ ਕੋਲ ਜਾਣਕਾਰੀ ਨਹੀਂ ਹੈ, ਉਹਨਾਂ ਨੇ ਆਉਣਾ ਹੈ ਜਾਂ ਉਹਨਾਂ ਦਾ ਵੀਜ਼ਾ ਨਹੀਂ। ਉਹਨਾਂ ਦੀ ਖਬਰ ਇਹ ਮੈਂ ਪੜ੍ਹ ਰਿਹਾ ਸੀ ਕਿ ਉਹਨਾਂ ਨੇ ਦੌਰਾ ਮੁਲਤਵੀ ਕਰ ਦਿੱਤਾ। ਅੱਛਾ, ਮੇਰੇ ਕੋਲ ਇਹ ਮੇਰੇ ਧਿਆਨ 'ਚ ਨਹੀਂ ਜੀ ਇਹ ਖਬਰ, ਲੇਕਿਨ ਉਹਨਾਂ ਨੇ ਆਉਣਾ ਸੀ। ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਤਾਂ ਮੈਨੂੰ ਪਤਾ ਹੈ ਵੀ ਉਹਨਾਂ ਨੇ ਆਉਣਾ ਸੀਗਾ। ਉਹਨਾਂ ਦੀ ਮੇਰੀ ਗੱਲ ਵੀ ਹੋਈ ਸੀ ਵੀ 26 ਜੂਨ ਨੂੰ ਸ਼ਾਇਦ ਇੱਥੇ ਪ੍ਰੋਗਰਾਮ ਹੈ, ਟੋਰਾਂਟੋ ਦੇ ਵਿੱਚ ਇੱਕ ਪ੍ਰੋਗਰਾਮ ਹੈ, ਵਰਲਡ ਸਿੱਖ ਕਾਨਫਰੰਸ ਰੱਖੀ ਹੋਈ ਹੈ, ਤਾਂ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਜਾਣਾ ਤਾਂ ਚਾਹੁੰਦਾ ਹੈ, ਲੇਕਿਨ ਹੁਣ ਉਹ ਅਪਡੇਟ ਕੀ ਹੈ ਮੇਰੇ ਕੋਲ ਇਸ ਵਕਤ ਮੇਰੇ ਕੋਲ ਜਾਣਕਾਰੀ ਨਹੀਂ ਹੈ। ਹਰਿਆਣੇ ਦੇ ਵਿੱਚ ਐਮਸੀ ਇਲੈਕਸ਼ਨ ਚੱਲਦੀਆਂ ਸੀ ਕਿ ਉੱਥੇ ਕਿਹੜੀ ਪਾਰਟੀ ਦਾ ਜ਼ੋਰ ਚੱਲਦਾ ਇਸ ਵੇਲੇ? ਹਾਂਜੀ, ਜਨਤਾ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਸਾਂਝੇ ਤੌਰ ਤੇ ਉੱਥੇ ਉਹਨਾਂ ਨੇ ਉਮੀਦਵਾਰ ਖੜੇ ਕੀਤੇ ਸੀਗੇ ਜੀ। ਔਰ ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਕੱਲੇ ਲੜਨਾ ਚਾਹੁੰਦੇ ਹਾਂ, ਬੀਜੇਪੀ ਨੇ ਕਿਹਾ ਸੀਗਾ। ਕੱਲ ਹੀ ਮੇਰੀ ਬੀਜੇਪੀ ਦੇ ਜਿਹੜੇ ਹਰਿਆਣੇ ਦੇ ਪ੍ਰਧਾਨ ਹੈ ਓਪੀ ਧਨਖੜ, ਜਿਹੜੇ ਪਹਿਲਾਂ ਆਪਣੇ ਮੰਤਰੀ ਰਹੇ ਨੇ ਬੀਜੇਪੀ ਦੇ, ਪਿਛਲੇ ਖੇਤੀ ਮੰਤਰੀ ਰਹੇ ਨੇ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਜਿਹੜੀ ਇਹ ਚੋਣ ਲੜ ਰਹੇ ਹਾਂ ਉਹਦੇ 'ਚ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਸ ਕਰਕੇ ਜਿਹੜੀ ਚੋਣ ਲੜ ਰਹੇ ਹਾਂ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਉਹਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਵਿਕਾਸ ਕਾਰਜ ਹੈ ਉਹ ਠੀਕ ਤਰੀਕੇ ਨਾਲ ਕਰਾਏ ਜਾ ਸਕਣ, ਕਿਉਂਕਿ ਲੋਕਲ ਚੋਣਾਂ ਸੀਗੀਆਂ ਭਾਜਪਾ ਦੇ ਹੱਕ ਦੇ ਵਿੱਚ। ਭਾਜਪਾ ਹਰਿਆਣਾ ਦੇ ਸੂਬਾ ਇੰਚਾਰਜ ਜਿਹੜੇ ਨੇ, ਸੂਬਾ ਪ੍ਰਧਾਨ ਨੇ ਚੌਧਰੀ ਓਮ ਪ੍ਰਕਾਸ਼ ਧਨਖੜ, ਉਹਨਾਂ ਨੇ ਕਾਫੀ ਗੱਲਾਂ ਜਿਹੜੀਆਂ ਇੰਡੀਆ ਗਵਰਨਮੈਂਟ ਦੀਆਂ ਕੀਤੀਆਂ। ਉਹਨਾਂ ਨੇ ਕਿਹਾ ਸੀਗਾ ਕਿ ਇੰਡੀਆ ਗਵਰਨਮੈਂਟ ਜਿਹੜੀ ਹੈਗੀ ਆ ਉਹਦੇ ਮੁਤਾਬਕ ਹੀ ਅਸੀਂ ਚੋਣਾਂ ਜਿਹੜੀਆਂ ਲੜ ਰਹੇ ਨੇ। ਔਰ ਇਹ ਝੱਜਰ ਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਸੀਗੀਆਂ, ਗੋਹਾਣਾ ਦੇ ਵਿੱਚ ਸੀ, ਸਮਾਲਖਾ ਦੇ ਵਿੱਚ ਸੀ, ਔਰ ਇਹਦੇ ਨਾਲ ਹੀ ਇੱਕ ਲਾਡਵਾ ਹੈਗਾ, ਇਹ 5 ਜਗ੍ਹਾ ਦੇ ਵਿੱਚ ਸੀਗੀ। ਔਰ 5 ਜਗ੍ਹਾ ਦੀਆਂ ਜਿਹੜੀਆਂ ਚੋਣਾਂ ਹੈ ਇਹ ਕੱਲ ਉਹਨਾਂ ਦੀਆਂ ਵੋਟਾਂ ਪੈ ਚੁੱਕੀਆਂ ਤੇ ਕੱਲ ਨੂੰ ਉਹਦੇ ਨਤੀਜੇ ਜਿਹੜੇ ਆਉਣਗੇ। ਹੁਣ ਕਿਉਂਕਿ ਲੋਕਲ ਗਵਰਨਮੈਂਟ ਦੀਆਂ ਚੋਣਾਂ ਇਹ ਕੋਈ ਬਹੁਤਾ ਮਹੱਤਵ ਨਹੀਂ ਰੱਖਦੀਆਂ, ਲੇਕਿਨ ਬੀਜੇਪੀ ਤੇ ਜਨਤਾ ਪਾਰਟੀ ਦੀ ਜਿਹੜੀ ਸਾਂਝੀ ਸਰਕਾਰ ਉੱਤੇ ਹੈਗੀ ਹੈ, ਕਾਂਗਰਸ ਇਹਦੇ 'ਚ ਬਹੁਤ ਬੁਰੀ ਤਰ੍ਹਾਂ ਜਿਹੜੀ ਪਛੜ ਕੇ ਸਾਹਮਣੇ ਆਉਣ ਦੀ ਉਮੀਦ ਹੈ ਜੀ। ਜਸਵਿੰਦਰ ਸਿੰਘ ਜੀ, ਤੁਹਾਡਾ ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ।